ਪਹਿਲਾਂ ਤੇ ਤੁਹਾਡਾ ਮੀਡੀਆ ਬੰਧੂਆਂ ਦਾ ਮੈਂ ਆਪਣੀ ਪਾਰਟੀ ਵੱਲੋਂ, ਆਮ ਆਦਮੀ ਪਾਰਟੀ ਵੱਲੋਂ ਔਰ ਆਪਣੇ ਵੱਲੋਂ ਵੀ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਸਾਡੇ ਅਰਵਿੰਦ ਕੇਜਰੀਵਾਲ ਜੀ ਦੀ ਸੋਚ, ਸਾਡੇ ਮਨ ਦੀ ਭਾਵਨਾ ਲੋਕਾਂ ਤੱਕ ਪਹੁੰਚਾ ਦਿਓ। ਅਤੇ ਮੁੱਦਾ ਬਸ ਇਹੋ ਹੀ ਹੈ ਕਿ ਕੁਝ ਜੋ ਸਾਡੇ ਜ਼ਿਲ੍ਹੇ ਦੇ ਵਿੱਚ ਘਟਿਤ ਹੋ ਰਿਹਾ ਅਲੱਗ-ਅਲੱਗ ਤਰ੍ਹਾਂ ਦੇ ਬਿੰਦੂਆਂ ਦੇ ਨਾਲ, ਅਤੇ ਮੈਂ ਇੱਕ ਪੋਇਮ ਜਿਹੜੀ ਹੈ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਤੱਕ ਪਹੁੰਚਾਉਣਾ ਚਾਹੁੰਦਾ। ਔਰ ਕਈ ਵਾਰੀ ਅਸੀਂ ਖੁਦ ਨਾਲ ਸਵਾਲ ਕਰਦੇ ਹਾਂ ਔਰ ਜਵਾਬ ਨਹੀਂ ਮਿਲਦਾ, ਅਤੇ ਖੁਦ ਕੋਲੋਂ ਹੀ ਜਵਾਬ ਨਹੀਂ ਮਿਲਦਾ, ਅਤੇ ਫਿਰ ਪਰਮਾਤਮਾ ਦੀ ਸ਼ਰਨ ਦੇ ਵਿੱਚ ਚੱਲ ਜਾਂਦੇ ਹਾਂ। ਅਤੇ ਕੱਲ੍ਹ ਇਸ ਤਰ੍ਹਾਂ ਦਾ ਹੀ ਇੱਕ ਮੇਰੇ ਨਾਲ ਮੈਂ ਘਰ ਬੈਠਾ ਇਕੱਲਾ ਸੋਚ ਰਿਹਾ ਸੀ, ਕਈ ਸਵਾਲ ਸੀਗੇ ਮੇਰੇ ਮਨ 'ਚ, ਕਈ ਵਲਵਲੇ ਸੀ, ਜਵਾਬ ਨਹੀਂ ਮਿਲਿਆ। ਅਤੇ ਈਸ਼ਵਰ ਨੇ ਕਿਹਾ ਕਿ ਕਲਮ ਫੜੋ ਔਰ ਪੇਪਰ ਫੜੋ ਔਰ ਚਾਰ ਪੰਕਤੀਆਂ ਜਿਹੜੀਆਂ ਮੈਂ ਕੱਲ੍ਹ ਲਿਖੀਆਂ ਔਰ ਤੁਹਾਡੇ ਮਾਧਿਅਮ ਰਾਹੀਂ ਪਠਾਨਕੋਟ ਜ਼ਿਲ੍ਹਾ ਨਿਵਾਸੀਆਂ ਦੇ ਚਰਨਾਂ ਤੱਕ ਪਹੁੰਚਾਉਣਾ ਚਾਹੁੰਦਾ ਜੀ, ਜੇ ਤੁਸੀਂ ਮੈਨੂੰ ਅਨੁਮਤੀ ਦਿਓਗੇ। ਮੈਂ ਕੋਸ਼ਿਸ਼ ਕੀਤੀ ਹੈ ਕਿ ਜੋ ਮੇਰੇ ਜੀਵਨ ਦੇ ਵਿੱਚ ਹੋਇਆ ਜਾਂ ਹੋ ਰਿਹਾ ਜਾਂ ਆਸ-ਪਾਸ ਗਤੀਵਿਧੀਆਂ ਜਿਹੜੀਆਂ ਹੋ ਰਹੀਆਂ ਉਹਦੇ ਮੁਤਾबिक कोशिश की है। अकेले लड़ता अपने ही सवालों से, अकेले लड़ता अपने ही सवालों से, अक्सर डरता अपने ही ख्यालों से। अकेले लड़ता अपने ही सवालों से, अक्सर डरता अपने ही ख्यालों से। जिस पथ पर चला हूँ क्या ये सही है, जिस पथ पर चला हूँ क्या ये सही है। मंजिल मिलेगी मुझे क्या ये पथ वही है, मंजिल मिलेगी मुझे क्या ये पथ वही है। दोस्त, रिश्तेदार और परिवार के सवालों ने मुझे घेरा है, दोस्त, रिश्तेदार, परिवार के सवालों ने मुझे घेरा है। मंजिल नहीं मौत मिलेगी तुझे पथ जो ये तेरा है, मंजिल नहीं मौत मिलेगी तुझे पथ जो ये तेरा है। मेरी सांसें, मेरा जज्बा और इस पथ की जिद, मेरी सांसें, मेरा जज्बा और इस पथ की जिद। बाकमाल है विश्वास उस पीर पर जो मेरा है, बाकमाल है विश्वास उस पीर पर जो मेरा है। ना डर मरने का मंजिल ना भी मिले कोई गम नहीं, ना डर मरने का मंजिल ना भी मिले कोई गम नहीं। सत्य पर चलना अडिग रहना वीरता मेरी ये कम नहीं, सत्य पर चलना अडिग रहना वीरता मेरी ये कम नहीं। माँ करती है फक्र मुझ पर, माँ करती है फक्र मुझ पर, लेकिन उसको भी डर रहता है। माँ करती है फक्र मुझ पर, लेकिन उसको भी डर रहता है। क्योंकि हर मिलने वाला अक्सर मेरी माँ को ये कहता है, क्योंकि हर मिलने वाला अक्सर मेरी माँ को ये कहता है। कलयुग है ये नहीं मोल उन बातों का, कलयुग है ये है नहीं मोल उन बातों का। जो अक्सर जोर लगाकर तेरा बेटा कहता है, जो अक्सर जोर लगाकर तेरा बेटा कहता है। तेरी दुआ के माँ तू फक्र कर ना कर फिक्र, माँ तू फक्र कर ना कर फिक्र। तेरी दुआ के अभेद कवच में तेरा ये बेटा रहता है, तेरी दुआ के अभेद कवच में तेरा ये बेटा रहता है। कवच तेरा और शक्ति रूपेण तेरी बहू का भी, कवच तेरा और शक्ति रूपेण तेरी बहू का भी। ऐसी चाक चौबंद सुरक्षा में तेरा ये बेटा रहता है, ऐसी चाक चौबंद सुरक्षा में तेरा ये बेटा रहता है। अकेले लड़ता अपने ही सवालों से, अक्सर डरता अपने ही ख्यालों से। जिस पथ पर चला हूँ क्या ये सही है, मंजिल मिलेगी मुझे क्या ये पथ वही है, मंजिल मिलेगी मुझे क्या ये पथ वही है। ਜੇਕਰ ਗੱਲ ਪਠਾਨਕੋਟ ਦੀ ਕੀਤੀ ਜਾਵੇ ਤਾਂ ਪਿਛਲੇ ਦਿਨੀ ਸਾਡੇ ਕੋਲ ਇੱਕ ਖਬਰ ਦਰਸਾਈ ਗਈ ਸੀ ਕਿ ਇੱਕ ਆਈ ਲਵ ਪਠਾਨਕੋਟ ਦੇ ਨਾਮ ਦਾ ਗੇਟ ਬਣਿਆ ਪਠਾਨਕੋਟ ਦੇ ਵਿੱਚ। ਕਿਹਾ ਜਾਂਦਾ ਕਿ ਪਿਛਲੇ ਸਰਕਾਰਾਂ ਵੱਲੋਂ ਕਰੋੜਾਂ ਰੁਪਏ ਲਾ ਕੇ ਗੇਟ ਦੀ ਨਿਰਮਾਣ ਕੀਤਾ ਗਿਆ, ਪਰ ਅੱਜ ਦੇਖਿਆ ਜਾਵੇ ਉਹ ਕਰੋੜਾਂ ਰੁਪਏ ਜਿਹੜੇ ਕਰੋੜਾਂ ਰੁਪਏ ਉੱਤੇ ਲਗਾਏ ਗਏ ਨਾ ਤਾਂ ਉਹ ਲੱਭਦੇ ਨੇ
ਤੇ ਦੂਸਰੇ ਪਾਸੇ ਉਹ ਗੇਟ ਇਸ ਲਈ ਖਸਤਾ ਹਾਲਤ ਦੇ ਵਿੱਚ ਹੁੰਦਾ ਹੋਇਆ ਨਜ਼ਰ ਆ ਰਿਹਾ, ਔਰ ਨਾ ਹੀ ਉਹ ਗੇਟ ਦਾ ਕੰਮ ਜਿਹੜਾ ਪੂਰਾ ਹੋਇਆ ਪਹਿਲੇ ਟਾਈਮ ਦੇ ਵਿੱਚ ਵੀ। ਉਸ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ, ਕਿਉਂਕਿ ਤੁਹਾਡੀ ਸਰਕਾਰ ਮੌਕੇ ਦੀ ਹੈਗੀ ਹੈ। ਮੈਂ ਤੁਸੀਂ ਮੇਰੀਆਂ ਪਿਛਲੀਆਂ ਇੰਟਰਵਿਊਜ਼ ਕੱਢੋ, ਔਰ ਮੈਂ ਹਮੇਸ਼ਾ ਇਹੋ ਹੀ ਕਿਹਾ ਕਿ ਜਿਹੜੇ ਸਾਬਕਾ ਐਮਐਲਏ ਨੇ ਸ਼੍ਰੀਮਾਨ ਅਮਿਤ ਵਿਜ ਜੀ, ਸ਼੍ਰੀ ਅਮਿਤ ਵਿਜ ਜੀ, ਉਹਨਾਂ ਨੇ ਹਮੇਸ਼ਾ ਇਹ ਬੜੀ ਜ਼ੋਰ ਲਗਾ ਕੇ ਗੱਲਾਂ ਕੀਤੀਆਂ, ਮੈਂ 450 ਕਰੋੜ ਰੁਪਏ ਦਾ ਵਿਕਾਸ ਕੀਤਾ। ਔਰ ਅੱਜ ਪਠਾਨਕੋਟ ਦਾ ਬੱਚਾ ਤੁਸੀਂ ਇਹੋ ਹੀ ਗੱਲ ਕਰ ਰਿਹਾ, ਤੁਸੀਂ ਵੀ ਇਹੋ ਹੀ ਸਵਾਲ ਕਰ ਰਹੇ ਹੋ ਕਿ ਬਈ ਕਰੋੜਾਂ ਰੁਪਇਆਂ ਦਾ ਜਿਹੜਾ ਉਹ ਦੁਰਉਪਯੋਗ ਹੋਇਆ। ਸੋ ਇਹ ਸਾਰੀਆਂ ਸ਼ਿਕਾਇਤਾਂ ਜਿਹੜੀਆਂ ਹੈ ਉਹ ਅਸੀਂ ਆਪਣੀ ਪਾਰਟੀ ਹਾਈ ਕਮਾਂਡ ਦੇ ਧਿਆਨ ਦੇ ਵਿੱਚ ਵਿਦ ਪ੍ਰੂਫਸ ਲਿਆਂਦੀਆਂ, ਔਰ ਅਸੀਂ ਵੀ ਇੰਤਜ਼ਾਰ ਦੇ ਵਿੱਚ ਹਾਂ ਕਿ ਬਈ ਇਹ ਜਿਹੜਾ ਲੋਕਾਂ ਦੇ ਪੈਸੇ ਦਾ ਦੁਰਉਪਯੋਗ ਹੋਇਆ ਇਸ ਦਾ ਫੈਸਲਾ ਜਿਹੜੇ ਸਾਡੇ, ਕਿਉਂਕਿ ਸਾਡੇ ਸੀਐਮ ਸਾਹਿਬ ਇਸ ਗੱਲੋਂ ਬੜੇ ਪਰਟੀਕੂਲਰ ਨੇ ਕਿ ਚਾਹੇ ਕੋਈ ਵੀ ਵਿਅਕਤੀ ਹੋਏ, ਚਾਹੇ ਕਿਸੇ ਵੀ ਪਾਰਟੀ ਦਾ ਹੋਏ, ਚਾਹੇ ਸਾਡੀ ਪਾਰਟੀ ਦਾ ਕਿਉਂ ਨਾ ਹੋਏ, ਜੇ ਉਸਨੇ ਸਰਕਾਰੀ ਪੈਸਿਆਂ ਦਾ ਦੁਰਉਪਯੋਗ ਹੋਇਆ ਤੇ ਦੇਰ ਔਰ ਸਵੇਰ ਉਹਦੇ ਤੇ ਉਹਦਾ ਬਣਦਾ ਐਕਸ਼ਨ ਜਿਹੜਾ ਉਹ ਹੋਣਾ। ਔਰ ਅਸੀਂ ਵੀ ਇਸ ਹੱਕ 'ਚ ਕਿ ਲੋਕਾਂ ਦੇ ਪੈਸੇ ਦਾ ਦੁਰਉਪਯੋਗ ਨਾ ਹੋਏ। ਮੇਰੀ ਹਮੇਸ਼ਾ ਕੋਸ਼ਿਸ਼ ਰਹੀ ਹੈ, ਇਹ ਜਿਹੜੀ ਕਵਿਤਾ ਹੈ ਇਹਦੇ ਵਿੱਚ ਵੀ ਅਸੀਂ ਇਹ ਸਾਰੇ ਜਵਾਬ ਦਿੱਤੇ ਹੈ ਕਿ ਬਈ ਸਾਡੀ ਇਹ ਜਿਹੜੀ ਡਗਰ ਹੈ ਸੱਤੇ ਦੀ ਰਾਹ 'ਤੇ ਚੱਲਣ ਵਾਲੀ, ਇਹ ਔਖੀ ਜ਼ਰੂਰ ਹੈ, ਲੇਕਿਨ ਸਾਨੂੰ ਪੂਰਾ ਵਿਸ਼ਵਾਸ ਹੈ ਈਸ਼ਵਰ ਦਾ ਹਮੇਸ਼ਾ ਆਸ਼ੀਰਵਾਦ ਬਣਿਆ ਰਿਹਾ, ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਈਸ਼ਵਰ ਦਾ ਜਿਹੜਾ ਆਸ਼ੀਰਵਾਦ ਬਣਿਆ ਰਹੇਗਾ। ਬਸ ਮੈਂ ਤਾਂ ਇਹੋ ਕਹਿਣਾ ਚਾਹੁੰਦਾ, ਹੋਰ ਕੋਈ ਸਵਾਲ ਹੈ? ਅਕਸਰ ਦੇਖਿਆ ਜਾਂਦਾ ਕਿ ਇਲੈਕਸ਼ਨ ਦੇ ਸਮੇਂ ਮੌਜੂਦਾ ਪਾਰਟੀ ਦੇ ਜਿਹੜੇ ਲੀਡਰਸ ਹੁੰਦੇ ਨੇ ਉਹਨਾਂ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ, ਜਿਵੇਂ ਕਿ ਪਿਛਲੇ ਦਿਨੀ ਜਲੰਧਰ ਦੇ ਉਪ ਚੋਣਾਂ ਦੇ ਵਿੱਚ ਵੀ ਹੋਇਆ ਕਿ ਲਾਲਚੰਦ ਕਟਾਰੂ ਚੱਕ ਦੀ ਵੀਡੀਓ ਨੂੰ ਲੈ ਕੇ ਬੜਾ ਬਵਾਲ ਉੱਠਿਆ। ਆਪਣਾ ਸੁਖਪਾਲ ਸਿੰਘ ਖਹਿਰਾ ਲੈ ਲਓ, ਚਾਹੇ ਮਨਜਿੰਦਰ ਸਿੰਘ ਸਿਰਸਾ ਲੈ ਲਓ, ਪਰ ਹਜੇ ਤੱਕ ਕੋਈ ਵੀਡੀਓ ਉਸ ਚੀਜ਼ ਦੀ ਵਾਇਰਲ ਨਹੀਂ ਹੋਈ। ਪਰ ਤੁਸੀਂ ਕਿਵੇਂ ਦੇਖਦੇ ਹੋ, ਕਿਉਂਕਿ ਜਿੱਤ ਵੀ ਉੱਥੇ ਵੱਡੀ ਵੋਟਾਂ ਨਾਲ ਹੋਈ ਹੈ ਆਮ ਆਦਮੀ ਪਾਰਟੀ ਦੀ, ਉਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ? 2024 ਦੇ ਵਿੱਚ ਕਿੱਥੇ ਸਟੈਂਡ ਕਰੂਗੀ ਪਾਰਟੀ? ਦੇਖੋ, ਲੋਕਾਂ ਨੇ ਨਕਾਰਾਤਮਕ ਜਿਹੜੀ ਰਾਜਨੀਤੀ ਹੈ ਉਸ ਦਾ ਜਵਾਬ ਇਸ ਇਲੈਕਸ਼ਨ ਦੇ ਪਰਿਣਾਮ ਰਾਹੀਂ ਦੇ ਦਿੱਤਾ, ਔਰ ਉਹਨਾਂ ਸਾਰੇ ਰਾਜਨੀਤਿਕ ਪਾਰਟੀਆਂ ਨੂੰ, ਰਾਜਨੀਤਿਕ ਵਿਅਕਤੀਆਂ ਨੂੰ ਦਿੱਤਾ ਜਿਹੜੇ ਨਕਾਰਾਤਮਕ ਰਾਜਨੀਤੀ ਕਰਦੇ ਨੇ। ਕਿਉਂਕਿ ਇਹਨਾਂ ਵਿਰੋਧੀ ਪਾਰਟੀਆਂ ਕੋਲ ਵਿਪਕਸ਼, ਚਾਹੇ ਉਹ ਬੀਜੇਪੀ ਹੈ, ਚਾਹੇ ਉਹ ਕਾਂਗਰਸ ਹੈ, ਚਾਹੇ ਅਕਾਲੀ ਦਲ ਹੈ, ਚਾਹੇ ਬਹੁਜਨ ਸਮਾਜ ਪਾਰਟੀ ਹੈ, ਇਹਨਾਂ ਕੋਲ ਕੋਈ ਇਹੋ ਜਿਹੀ ਸਕਾਰਾਤਮਕ ਗੱਲ ਨਹੀਂ ਸੀ ਇਸ ਪੂਰੇ ਚੁਣਾਵ ਦੇ ਵਿੱਚ ਕਿ ਅਸੀਂ ਇਸ ਪੁਲ ਦਾ ਨਿਰਮਾਣ ਕਰਾਂਗੇ, ਅਸੀਂ ਜਲੰਧਰ ਵਾਸੀਆਂ ਵਾਸਤੇ ਇਹ ਕਰਾਂਗੇ, ਅਸੀਂ ਦੁਆਬਾ ਵਾਸੀਆਂ ਵਾਸਤੇ ਕੋਈ ਮੈਡੀਕਲ ਕਾਲਜ, ਕੋਈ ਇਹੋ ਜਿਹਾ ਕੋਈ ਵੀ ਸਕਾਰਾਤਮਕ ਗੱਲ ਇਹਨਾਂ ਨੇ ਨਹੀਂ ਕੀਤੀ। ਬਸ ਦੂਜਿਆਂ ਦੇ ਉੱਪਰ ਝੂਠੀ ਸੱਚੀ ਛੀਟਾਕਸ਼ੀ ਇਹਨਾਂ ਨੇ ਕੀਤੀ, ਔਰ ਉਹਦਾ ਜਿਹੜਾ ਰਿਜ਼ਲਟ ਹੈ ਉਹ ਪਬਲਿਕ ਨੇ ਦੇਤਾ। ਔਰ ਰਾਜਨੀਤੀ ਦੇ ਅਖਾੜੇ ਦੇ ਵਿੱਚ ਤੇ ਜਨਤਾ ਜਨਾਰਦਨ ਦਾ ਜਿਹੜਾ ਫੈਸਲਾ ਹੈ ਉਹ ਸਾਰਿਆਂ ਨੂੰ ਮੰਨਣੇ ਪੈਂਦਾ, ਔਰ ਅਸਲ ਦੇ ਵਿੱਚ ਸੱਚ ਵੀ ਉਹੀ ਹੁੰਦਾ, ਤੇ ਉਹ ਜੋ ਸੱਚ ਹੈ ਉਹ ਪਰਿਣਾਮ ਦੇ ਰੂਪ ਦੇ ਵਿੱਚ ਅੱਜ ਸਾਰਿਆਂ ਦੇ ਸਾਹਮਣੇ ਹੈ, ਔਰ ਉਹਨਾਂ ਦੇ ਮੂੰਹ ਤੇ ਇੱਕ ਬਹੁਤ ਵੱਡਾ ਤਮਾਚਾ ਹੈ ਜਿਹੜੇ ਨਕਾਰਾਤਮਕ ਗੱਲਾਂ ਕਰਦੇ ਸੀ। ਇਹੀ ਗੱਲ ਕਹਿ ਸਕਦੇ ਹਾਂ ਕਿ ਜਿਹੜੀ ਅਰਵਿੰਦ ਕੇਜਰੀਵਾਲ ਦੀ ਜਿੰਨੀ ਫੌਜ ਆ, ਸਾਰਿਆਂ ਨੇ ਓਪੋਜੀਸ਼ਨ ਪਾਰਟੀ ਦੇ ਸਾਹ ਔਖੇ ਕੀਤੇ ਹੋਏ ਨੇ। ਬਿਲਕੁਲ ਸਰ, ਅਰਵਿੰਦ ਕੇਜਰੀਵਾਲ ਜੀ ਦੇ ਕੰਮਾਂ ਨੇ, ਉਹਨਾਂ ਦੀ ਭਾਵਨਾ ਨੇ, ਔਰ ਉਹ ਜਿਹੜੀ ਗੱਲ ਕਰਦੇ ਆ ਕਿ ਮੈਂ ਐਜੂਕੇਸ਼ਨ ਔਰ ਹਸਪੀਟਲਸ ਔਰ ਅੱਛੇ ਕਾਲਜਸ ਔਰ ਜਿਹੜੇ ਫ੍ਰੀ ਰੇਵੜੀਆਂ ਦਾ ਇਲਜ਼ਾਮ ਲਗਾਉਂਦੇ ਨੇ ਅਰਵਿੰਦ ਕੇਜਰੀਵਾਲ ਜੀ ਦੇ ਉੱਪਰ, ਉਹ ਇਹ ਕਹਿੰਦੇ ਨੇ ਨਹੀਂ ਯਾਰ ਇਹ ਲੋਕਾਂ ਦਾ ਪੈਸਾ ਮੈਂ ਲੋਕਾਂ ਨੂੰ ਦੇਣਾ, ਮੈਂ ਕਰਪਸ਼ਨ ਫ੍ਰੀ ਗਵਰਨੈਂਸ ਦੇ ਰਾਹੀਂ ਇਹ ਜਿੰਨਾ ਵੀ ਪੈਸਾ ਕਿਸੇ ਨਾ ਕਿਸੇ ਸਹਾਇਤਾ ਦੇ ਰੂਪ ਦੇ ਵਿੱਚ, ਚਾਹੇ ਉਹ ਬਿਜਲੀ ਦੀ ਮਾਫੀ ਹੈ, ਚਾਹੇ ਹੁਣ ਪਿੱਛੇ ਅਨਾਊਂਸਮੈਂਟ ਕੀਤੀ ਹੈ ਕਿ ਜਿਹੜੇ ਭਗਵੰਤ ਮਾਨ ਜੀ ਨੇ ਅਨਾਊਂਸਮੈਂਟ ਕੀਤੀ ਹੈ ਕਿ 1000 ਰੁਪਏ ਮਹੀਨਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਜਲਦੀ ਮਹਿਲਾਵਾਂ ਨੂੰ ਮਿਲਣਾ ਸ਼ੁਰੂ ਹੋ ਜਾਏਗਾ। ਚਾਹੇ ਉਹ ਕੋਈ ਵੀ ਐਕਟੀਵਿਟੀ ਰੋਜ਼ ਸੀਐਮ ਸਾਹਿਬ ਲੋਕਾਂ ਦੇ ਚਾਹੇ ਉਹ ਟੋਲ ਮਾਫੀ ਹੈ, ਇਹ ਵੀ ਲੋਕਾਂ ਦਾ ਪੈਸਾ ਹੈ ਔਰ ਲੋਕਾਂ ਦੀ ਵੈਲਫੇਅਰ ਵਾਸਤੇ ਯੂਜ਼ ਹੋ ਰਿਹਾ, ਔਰ ਇਸ ਦਾ ਹੀ ਪਰਿਣਾਮ ਜਿਹੜਾ ਉਹ ਜਲੰਧਰ ਦਾ ਜਿਹੜਾ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਫਤਵਾ ਚੁਣਿਆ। 2024 ਦੀ ਕੀ ਤਿਆਰੀਆਂ ਆਪਣੀਆਂ? 2024 'ਚ ਆਪਾਂ 13 ਦੀਆਂ 13 ਸੀਟਾਂ ਜਿੱਤਾਂਗੇ, ਔਰ ਪੰਜਾਬ ਦੇ ਪੰਜਾਬੀਆਂ ਦੇ ਆਸ਼ੀਰਵਾਦ ਦੇ ਨਾਲ ਜਿੱਤਾਂਗੇ। ਔਰ ਜਿੰਨੀ ਮਿਹਨਤ ਮੇਰੀ ਵੀ ਡਿਊਟੀ ਇਸ ਉਪ ਚੁਣਾਵ ਦੇ ਵਿੱਚ ਲੱਗੀ, ਔਰ ਅਸੀਂ ਲਗਭਗ 4 ਵਾਰੀ ਡੋਰ ਟੂ ਡੋਰ ਕੀਤਾ ਸਾਡੀ ਆਮ ਆਦਮੀ ਪਾਰਟੀ ਨੇ, ਡਾਕਟਰ ਸੰਦੀਪ ਪਾਠਕ ਜੀ ਦੀ ਟੀਮ ਨੇ, ਔਰ ਮੈਂ ਇਹ ਸਮਝਦਾ ਕਿ ਦੂਜੀਆਂ ਪਾਰਟੀਆਂ ਨੇ ਤੇ ਇੱਕ ਵਾਰੀ ਵੀ ਨਹੀਂ ਡੋਰ ਟੂ ਡੋਰ ਕੀਤਾ ਹੁੰਦਾ। ਸੋ ਜਿਹੜਾ ਹਾਰਡ ਵਰਕ ਹੈ ਆਲਵੇਜ਼ ਪੇਜ਼ ਗੁੱਡ ਰਿਜ਼ਲਟਸ, ਤੇ ਸਾਨੂੰ ਉਹ ਅੱਛਾ ਰਿਜ਼ਲਟ ਮਿਲਿਆ। ਔਰ
ਅਸੀਂ ਜਿਹੜਾ ਇਹ 2024 ਵਾਲੀ ਜਿਹੜੀ ਲੋਕ ਸਭਾ ਇਹਦੇ ਵਿੱਚ ਜੇ ਅਸੀਂ ਐਤਕੀ 4-4 ਵਾਰੀ ਕੀਤਾ ਔਰ ਉਦੋਂ ਸਾਡਾ ਪ੍ਰਯਾਸ ਰਹੇਗਾ ਕਿ ਅਸੀਂ 6-6 ਵਾਰੀ 8-8 ਵਾਰੀ ਲੋਕਾਂ ਦੇ ਘਰਾਂ ਤੱਕ ਜਾਈਏ। ਜੋ ਅਸੀਂ ਹੋਰ ਜਿਹੜੇ ਕੰਮ ਜੁੜ ਜਾਣਗੇ ਭਗਵੰਤ ਮਾਨ ਜੀ ਦੀ ਰਿਪੋਰਟ ਕਾਰਡ ਦੇ ਨਾਲ ਉਹ ਵੀ ਜਾ ਕੇ ਦੱਸਾਂਗੇ, ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਕੀ ਸੋਚ ਹੈ ਕੇਜਰੀਵਾਲ ਸਾਹਿਬ ਦੀ, ਡਾਕਟਰ ਸੰਦੀਪ ਪਾਠਕ ਦੀ ਪੰਜਾਬੀਆਂ ਦੇ ਹੱਕ ਦੇ ਵਿੱਚ ਉਹ ਵੀ ਦੱਸਾਂਗੇ, ਔਰ ਪੋਜ਼ਿਟਿਵ ਰਿਜ਼ਲਟ ਰਹਿਣਗੇ। ਔਰ 13 ਦੀਆਂ 13 ਸੀਟਾਂ ਜਿੱਤਣ ਦੀ ਜਿਹੜੀ ਹੈ ਉਹ ਤਿਆਰੀ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ।